ਲੋ ਜੀ अस्सलाम वालेकुम। ਅੱਜ ਅਸੀਂ ਮੌਜੂਦ ਹਾਂ ਜੀ ਉਸਤਾਦ ਯਾਸਿਰ ਖੋਖਰ ਦੀ ਛੱਤ ਤੇ ਨਾਲ ਕਿਸੇ ਤਾਰਫ ਦੇ ਮੁਹਤਾਜ ਨਹੀਂ ਹੈ। ਅੱਜ ਤਾਂ ਸਾਨੂੰ ਦੋਵੇਂ ਉਸਤਾਦ ਇਕੱਠੇ ਹੀ ਮਿਲ ਗਏ ਨੇ ਨਾਲ ਜੀ ਜੱਗਾ ਖੋਖਰ ਸਾਹਿਬ ਨੇ। ਤੇ ਅੱਜ ਅਸੀਂ ਆਏ ਹਾਂ ਜੀ ਉਸਤਾਦ ਕੋਲੋਂ ਟਾਈਮ ਲੈ ਕੇ ਸਿਰਫ ਇਸ ਲਈ ਕਿ ਕੁਛ ਉਹਨਾਂ ਕੋਲੋਂ ਥੋੜੀ ਬਹੁਤੀ ਜੋ ਸੀਜ਼ਨ ਉੜਿਆ ਉਹਦੇ ਬਾਰੇ ਥੋੜੀ ਬਹੁਤੀ ਗੱਪਸ਼ਪ ਕਰਾਂਗੇ। ਕੁਛ ਇਹਨਾਂ ਕੋਲੋਂ ਕਬੂਤਰਾਂ ਬਾਰੇ ਆਪਣੇ ਨਵੇਂ ਜਿਹੜੇ ਸਾਡੇ ਸ਼ੌਕੀਨ ਨੇ ਉਹਨਾਂ ਨੂੰ ਕੁਛ ਟਿਪਸ ਲੈ ਕੇ ਦੇਵਾਂਗੇ ਕਿਉਂਕਿ ਉਡਾਨ ਦਾ ਸੀਜ਼ਨ ਹੁਣ ਖਤਮ ਹੋ ਗਿਆ। ਹੁਣ ਅੱਗੋਂ ਹੁਣ ਜਿਹੜੇ ਦੂਸਰੇ ਸਾਡੇ ਭਾਈ ਨੇ ਨਵੇਂ ਸ਼ੌਕੀਨ ਨੇ ਉਹਨਾਂ ਨੇ ਹੁਣ ਅੱਗੇ ਪਰਿੰਦੇ ਲਿਆਣੇ ਨੇ ਛੱਡਣੇ ਨੇ ਤੇ ਉਹਨਾਂ ਬਾਰੇ ਉਹਨਾਂ ਨੂੰ ਕੋਈ ਇੰਨਾ ਖਾਸ ਇਲਮ ਨਹੀਂ ਹੁੰਦਾ। ਉਹ ਕਬੂਤਰ ਲੈ ਆਉਂਦੇ ਨੇ ਲੇਕਿਨ ਉਹਨਾਂ ਨੂੰ ਪਤਾ ਨਹੀਂ ਹੁੰਦਾ ਯਾਰ ਅੱਛਾ ਕਿਹੜਾ ਹੈ ਗੰਦਾ ਕਿਹੜਾ ਹੈ। ਤੇ ਉਸੇ ਬਾਰੇ ਅਸੀਂ ਗੱਲ ਕਰਾਂਗੇ ਤੇ ਨਾਲੇ ਤੁਹਾਨੂੰ ਇਹ ਵੀ ਦੱਸਦੇ ਜਾਈਏ ਕਿ ਉਸਤਾਦ ਜੀ ਹੋਰਾਂ ਦੀ 54 ਕੇ 52 ਛੱਤਾਂ ਦਾ ਸਾਈ ਬਾਜ਼ੀ ਸੀ। ਹਾਂਜੀ ਕਾਫੀ ਛੁੱਟੀ ਤੇ ਕਾਫੀ ਛੱਤਾਂ ਦਾ ਬਾਜ਼ੀ ਜਿੰਨਾ ਚੋਂ ਮੇਰੇ ਖਿਆਲ ਨਾਲ ਕੋਈ 8 ਤੋਂ 10 ਛੱਤਾਂ ਤੋਂ ਬਸ ਲੂਜ਼ ਹੋਏ ਨੇ ਤੇ ਬਾਕੀ ਸਾਰੀਆਂ ਛੱਤਾਂ ਨੂੰ ਜਿੱਤਿਆ। ਬੜੀ ਅੱਛੀ ਪਰਫਾਰਮੈਂਸ ਰਹੀ ਹੈ ਤੇ ਕੁਝ ਮੌਸਮ ਸੀ ਜਿਵੇਂ ਤੁਹਾਨੂੰ ਸਾਰਿਆਂ ਭਾਈਆਂ ਨੂੰ ਪਤਾ ਹੈ ਕਿ ਨਹੀਂ ਠੀਕ ਸੀ। ਬਾਕੀ ਇਹ ਇੱਕ ਕੋਈ ਐਡਾ ਮਸਲਾ ਨਹੀਂ ਹੈ। ਜੋ ਸਾਰ ਨਾਲ ਗੱਲ ਹੋ ਰਹੀ ਸੀ ਕਿ ਅਸੀਂ ਦੇਖੋ ਜੀ ਮੌਸਮ ਜੇ ਖਰਾਬ ਵੀ ਸੀ ਤੇ ਕੋਈ ਇਹਦਾ ਇਸ਼ੂ ਨਹੀਂ ਹੈ। ਨਹੀਂ ਉੜੇ ਕੋਈ ਗੱਲ ਨਹੀਂ ਉਸ ਹਿਸਾਬ ਨਾਲ ਕੱਪ 'ਚ ਪਰਫਾਰਮੈਂਸ ਨਹੀਂ ਆਈ ਹੈ ਕੋਈ ਗੱਲ ਨਹੀਂ। ਲੇਕਿਨ ਜਿਨ੍ਹਾਂ ਦੇ ਮੌਸਮ ਖਰਾਬ 'ਚ ਵੀ ਉੜੇ ਨੇ ਉਹਨਾਂ ਦੇ ਵੀ ਉੜੇ ਨੇ। ਮੌਸਮ ਉਹਨਾਂ ਲਈ ਵੀ ਖਰਾਬ ਸੀ ਸਾਡੇ ਲਈ ਵੀ ਖਰਾਬ ਸੀ। ਇਹ ਬੜੀ ਅੱਛੀ ਗੱਲ ਇਹਨਾਂ ਨੇ ਕੀਤੀ ਹੈ ਕਿਉਂਕਿ ਸਾਨੂੰ ਆਪਣੇ ਸ਼ੌਕ 'ਚ ਇਹ ਨਹੀਂ ਕਰਨਾ ਚਾਹੀਦਾ ਕਿ ਅਸੀਂ ਕਿਸੇ ਚੀਜ਼ ਦਾ ਸਹਾਰਾ ਲਈਏ ਯਾਰ ਮੌਸਮ ਖਰਾਬ ਸੀ ਜਾਂ ਮੌਸਮ ਬਾਰਿਸ਼ ਹੋ ਗਈ ਇਹ ਹੋ ਗਿਆ। ਜਦੋਂ ਕਬੂਤਰ ਉੜ ਗਏ ਨੇ ਫਿਰ ਸਭ ਦੇ ਉੜ ਗਏ ਨੇ। ਕਈਆਂ ਦੇ ਅੱਛੇ ਵੀ ਉੜ ਜਾਂਦੇ ਨੇ ਕਈਆਂ ਦੇ ਅੱਛੇ ਨਹੀਂ ਉੜਦੇ। ਇਹ ਇਨਸਾਨ ਦੀ ਸਿਰਫ ਲੱਕ ਹੁੰਦੀ ਹੈ। ਕਦੀ ਹਰ ਦਿਨ ਇਨਸਾਨ ਦਾ ਨਹੀਂ ਹੁੰਦਾ। ਕਦੀ ਇਨਸਾਨ ਦਾ ਦਿਨ ਹੁੰਦਾ ਜਿੱਤ ਵਾਲਾ ਤੇ ਕਦੀ ਹੁੰਦਾ ਉਹ ਹਾਰ ਜਾਂਦਾ ਹੈ। ਲੇਕਿਨ ਜਦੋਂ ਇਨਸਾਨ ਹਾਰਦਾ ਹੈ ਉਹਨੂੰ ਇਹ ਚੀਜ਼ ਸੋਚਣੀ ਚਾਹੀਦੀ ਹੈ ਕਿ ਮੈਂ ਅੱਗੇ ਨੈਕਸਟ ਜਿਹੜਾ ਆਪਣਾ ਸ਼ੌਕ ਕਰਨਾ ਨਾ ਮਜ਼ੀਦ ਅੱਛਾ ਕਰਨਾ ਆਪਣੇ ਜਿਹੜਾ ਹੁਣ ਗੁਜ਼ਰ ਗਿਆ ਟਾਈਮ। ਇੰਝ ਇਨਸਾਨ ਨੂੰ ਸਿੱਖਣ ਨੂੰ ਮਿਲਦਾ। ਜੇ ਇਨਸਾਨ ਸਿਰਫ ਜਿਹੜਾ ਟਾਈਮ ਗੁਜ਼ਰ ਗਿਆ ਉਹਨੂੰ ਸੋਚਦਾ ਰਹੇਗਾ ਅੱਗੇ ਕੁਝ ਨਹੀਂ बढ़ेगा। ਜੇ ਅੱਗੇ ਜਾਣਾ ਇਨਸਾਨ ਨੇ ਤੇ ਪਿੱਛੇ ਵਾਲਾ ਭੁੱਲ ਗਏ ਤੇ ਫਿਰ ਅੱਗੋਂ ਤੋਂ ਨਵੇਂ ਤੋਂ ਸਟਾਰਟ ਕਰਨਾ ਚਾਹੀਦਾ। ਚੱਲਨੇ ਜੀ ਉਸਤਾਦ ਅੱਲੇ ਜ਼ਿਆਦਾ ਟਾਈਮ ਨਹੀਂ ਤੁਹਾਡਾ ਲਵਾਂਗੇ। अस्सलाम वालेकुम उस्ताद जी। उस्ताद जी ਸਭ ਤੋਂ ਪਹਿਲੇ ਸਾਰੇ ਜਾਣਦੇ ਨੇ ਲੇਕਿਨ ਫਿਰ ਵੀ ਇੱਕ ਜਿਹੜਾ ਸਾਡਾ ਤਰੀਕਾਕਾਰ ਹੈ ਵੀਡੀਓ ਦਾ ਸਿਰਫ ਇਸ ਲਈ ਅਸੀਂ ਤੁਹਾਨੂੰ ਪੁੱਛਾਂਗੇ ਉਸਤਾਦ ਜੀ ਦਾ ਸਭ ਨੂੰ ਦੱਸ ਦਿਓ ਕਿਹੜੀ ਪਾਰਟੀ ਨਾਲ ਸਾਡਾ ਤਾਲੁਕ ਹੈ ਤੇ ਕਿੰਨੀ ਦੇਰ ਹੋ ਗਈ ਹੈ ਸਾਨੂੰ ਸ਼ੌਕ ਕਰਦੇ। ਜਨਾਬ ਸਾਡੀ ਪਾਰਟੀ ਦਾ ਅਲਹਮਦੁਲਿਲਾ ਸਾਰੇ ਦੋਸਤਾਂ ਨੂੰ ਪਤਾ ਹੈ। ਬਾਬਾ ਦੀਨ ਦੀ ਪਾਰਟੀ ਬਾਬਾ ਦੀਨ ਜਿਹੜੇ ਨੇ ਉਹ ਕਿਸੇ ਦੇ ਤਾਰਫ ਦੇ ਮੁਤਾਜ ਨਹੀਂ। ਬਿਲਕੁਲ ਠੀਕ ਹੈ ਨਾ ਜੀ। ਤੇ ਮੀਆਂ ਨਦੀਮ ਬਸ਼ੀਰ ਪਾਰਟੀ ਬਾਬਾ ਆਪਣਾ ਮਿਸਤਰੀ ਦੀਨ ਜਿਹੜਾ ਮੀਆਂ ਨਦੀਮ ਬਸ਼ੀਰ ਗਰੁੱਪ ਮਿਸਤਰੀ ਦੀਨ ਪਾਰਟੀ ਠੀਕ ਹੈ ਨਾ ਜੀ। ਜੀ ਜੀ ਇਹ ਸਾਡੀ ਆਪਣੀ ਪਾਰਟੀ ਇੱਕ ਛੋਟੀ ਜਿਹੀ ਅਸੀਂ ਰੌਣਕ ਲਾਈ ਇਹ ਚਾਰ ਦੋਸਤਾਂ ਨੇ ਰਲ ਕੇ। ਸ਼ੁਕਰ ਅਲਹਮਦੁਲਿਲਾ ਸਾਡੀ ਰੌਣਕ ਅੱਲਾ ਨੇ ਬੜੀ ਲਾਈ। ਮਾਸ਼ਾਅੱਲਾ ਅੱਲਾਹ ਪਾਕ ਇੰਝ ਤੁਹਾਡੀ ਰੌਣਕ ਲਾਈ ਰੱਖੇ ਜੀ। ਤੇ ਉਸਤਾਦ ਜੀ ਕਿੰਨੀ ਦੇਰ ਹੋ ਗਈ ਤੁਹਾਨੂੰ ਇਸ ਸ਼ੋਬੇ 'ਚ ਆਏ ਹੋਏ ਆਪਣੇ ਕਬੂਤਰ ਪਰਵੀ 'ਚ ਕਿੰਨੀ ਦੇਰ ਹੋ ਗਈ ਤੁਹਾਨੂੰ ਕਰਦੇ। ਜਿਹਨੂੰ ਪੁੱਛਾਂਗੇ ਜਨਾਬ ਉਹ ਇਹ ਕਹਿੰਦਾ ਨਾ ਵੀ ਸਾਨੂੰ ਬਚਪਨ ਦਾ ਸ਼ੌਕ। ਨਹੀਂ ਬਚਪਨ ਦਾ ਸ਼ੌਕ ਹੁੰਦਾ। ਅੱਛਾ ਤੁਹਾਨੂੰ ਵੀ ਬਚਪਨ ਤੋਂ ਹੀ ਹੈ। ਸਾਰਿਆਂ ਨੂੰ ਸ਼ੌਕ ਬਚਪਨ ਦਾ ਹੀ ਹੁੰਦਾ। ਤੇ ਉਸਤਾਦ ਜੀ ਬਾਜ਼ੀਆਂ ਉਡਾਉਂਦੇ ਯਾਨੀ ਕਿ ਜਦੋਂ ਤੁਸੀਂ ਬਚਪਨ 'ਚ ਕਬੂਤਰ ਰੱਖੇ ਨੇ ਉਦੋਂ ਦੀ ਹੀ ਬਾਜ਼ੀਆਂ ਉਡਾਉਣੀਆਂ ਸ਼ੁਰੂ ਕਰ ਦਿੱਤੀਆਂ ਸੀ ਕਿ ਬਾਅਦ 'ਚ ਜਦੋਂ ਥੋੜੇ ਜਿਹਾ ਜਵਾਨ ਹੋਏ ਜੇ ਤੇ ਫਿਰ ਬਾਜ਼ੀਆਂ ਵਾਲੀ ਸਾਈਡ ਤੇ ਗਏ ਜੇ। ਬਾਜ਼ੀਆਂ ਅਲਹਮਦੁਲਿਲਾ ਅਸੀਂ 2002 'ਚ ਵੀ ਉਡਾਈਆਂ 3 'ਚ ਵੀ 4 'ਚ ਵੀ ਫਿਰ ਵਿੱਚੋਂ ਥੋੜੇ ਜਿਹੇ ਛੱਡ ਦਿੱਤੇ ਹਨ ਕਬੂਤਰ। ਫਿਰ ਉਸ ਤੋਂ ਬਾਅਦ ਅਸੀਂ ਅਲਹਮਦੁਲਿਲਾ 10-11 ਤੋਂ ਫਿਰ ਸ਼ੁਰੂ ਸਟਾਰਟ ਔਰ 440 ਜੀ। ਅੱਛਾ ਉਸਤਾਦ ਜੀ ਜਿਹੜੀ ਚੈਂਪੀਅਨਸ਼ਿਪ ਯਾਨੀ ਕਿ ਉਹ 2022 'ਚ ਤੁਸੀਂ ਜੀ ਜੀ ਲਈ ਸੀ ਅਲਹਮਦੁਲਿਲਾ 254 ਕੇ ਕੁਝ ਘੰਟੇ ਸੀ ਮੇਰੇ ਖਿਆਲ ਨਾਲ। 2022 ਦੇ ਜੇਠ ਚੈਂਪੀਅਨ ਜੀ ਸ਼ੁਕਰ ਅਲਹਮਦੁਲਿਲਾ। ਇਸ ਦਫਾ ਵੀ ਇੱਕ ਸ਼ਾਗਿਰਦ ਵੀ ਹੈ ਛੋਟਾ ਭਾਈ ਵੀ ਹੈ। ਉਹਨਾਂ ਦੀ ਛੱਤ ਤੋਂ ਵਿਸਾਖ ਦੀ ਐਂਟਰੀ ਦਿੱਤੀ ਸੀ। ਉਹਨਾਂ ਦੇ ਕੱਪ ਲਾਹੌਰ 'ਚ ਐਂਟਰੀਆਂ ਕਰਾਈਆਂ ਸਨ। ਫੈਂਟਕ ਕਲੱਬ ਬੱਲਾ ਨੇ ਇੱਜ਼ਤ ਉੱਥੋਂ ਵੀ ਐਂਟਰੀ ਦਿੱਤੀ ਹੈ। ਫਸਟ ਪ੍ਰਾਈਜ਼ ਆਇਆ ਹੈ। ਮਾਸ਼ਾਅੱਲਾ ਜੀ ਮਾਸ਼ਾਅੱਲਾ। ਵਿਸਾਖ ਦੇ ਚੈਂਪੀਅਨ ਆ ਜੀ ਜੇਠ ਦੇ ਵਿਸਾਖ ਦੇ ਇਸ ਦਫਾ ਜੀ ਜੀ। ਤੇ ਜੇਠ ਦਾ ਵੀ ਮੌਸਮ ਨਾਲ ਹੀ ਸ਼ੁਕਰ ਅਲਹਮਦੁਲਿਲਾ ਅੱਛੀ ਗੇਮ ਹੋ ਗਈ ਹੈ। ਕਿਸੇ ਦੋਸਤਾਂ ਨੂੰ ਹਾਰ ਗਿਆ ਕਿਸੇ ਤੋਂ ਜਿੱਤ ਗਏ ਰੌਣਕ ਲੱਗ ਗਈ ਬਸ। ਯਾਨੀ ਕਿ ਬੜਾ ਅੱਛਾ ਟਾਈਮ ਗੁਜ਼ਰ ਗਿਆ ਉਹ ਹੀ ਸਭ ਤੋਂ ਅੱਛੀ ਚੀਜ਼ ਹੈ। ਅੱਛਾ ਉਸਤਾਦ ਜੀ ਜਿਹੜੇ ਸ਼ਾਗਿਰਦ ਫੈਂਟਕ ਕਲੱਬ ਦੇ ਜਿੱਤੇ ਨੇ ਉਹਨਾਂ ਦੀ ਛੱਤ ਕਿੱਥੇ ਹੈ ਤੇ ਉਹਨਾਂ ਦਾ ਨਾਮ ਕੀ ਜ਼ਰਾ। ਆਪਣਾ ਉਹ ਛੱਤ ਹੈਗੀ ਹੈ ਸ਼ਬਾਬ ਸਟੂਡੀਓ ਵਾਲੀ ਹਾਜੀ ਲਿਆਸ ਸਾਹਿਬ ਨੇ ਸਾਡੇ ਭਾਈ ਨੇ। ਜੀ ਜੀ। ਉਹਨਾਂ ਦੀ ਛੱਤ ਨਵੀਂ ਬਣਾਈ ਹੈ ਤੇ ਐਸੇ ਸਾਲ ਹੀ ਬਾਹਰ ਆਈ ਸੀ। ਅੱਛਾ ਯਾਨੀ ਕਿ ਐਸੇ ਸਾਲ ਹੀ ਉਹ ਬਾਹਰ ਆਈ ਹੈ ਜੀ। ਫਸਟ ਟਾਈਮ ਬਾਹਰ ਆਈ ਤੇ ਅੱਲਾਹ ਤਾਲਾ ਨੇ ਫਸਟ ਟਾਈਮ ਉਹਨੂੰ ਇੱਜ਼ਤ ਦਿੱਤੀ। ਮਾਸ਼ਾਅੱਲਾ ਜੀ ਮਾਸ਼ਾਅੱਲਾ। ਔਰ ਬੜੀ ਉੱਥੇ ਮਿਹਨਤ ਕੀਤੀ ਦੋਸਤਾਂ ਨੇ ਔਰ ਬੜਾ ਮਜ਼ਾ ਆਇਆ। ਅੱਲਾਹ ਨੇ ਬੜੀ ਇੱਜ਼ਤ ਦਿੱਤੀ। ਅੱਛਾ ਉਸਤਾਦ ਜੀ
ਉਸਤਾਦ ਯਾਨੀ ਕਿ ਪਹਿਲੇ ਤੁਸੀਂ ਕਬੂਤਰ ਉਡਾ ਰਹੇ ਸੀ, ਠੀਕ ਹੈ, ਲੇਕਿਨ ਉਸਤਾਦੀ ਪੱਗ ਦੇ ਤੁਸੀਂ ਕਦੋਂ ਲਈ ਹੈ ਇਹ ਵੀ ਦੱਸ ਦਿਓ ਸਾਰੇ ਦੋਸਤਾਂ ਨੂੰ, ਕਈਆਂ ਨੂੰ ਨਹੀਂ ਪਤਾ, ਜਿਹੜੇ ਸਾਡੇ ਵਰਗੇ ਨਵੇਂ ਨੇ ਉਹਨਾਂ ਨੂੰ ਨਹੀਂ ਪਤਾ, ਠੀਕ ਹੈ। ਤੇ ਇਹ ਵੀ ਚੀਜ਼ ਪਤਾ ਹੋਣੀ ਚਾਹੀਦੀ ਹੈ ਕਿ ਕਿਉਂਕਿ ਸਾਡੇ ਤੁਸੀਂ ਯਾਨੀ ਕਿ ਬਹੁਤ ਅੱਛੇ ਪਲੇਅਰ ਜੇ, ਹਰ ਚੀਜ਼ ਦਾ ਲੋਕਾਂ ਨੂੰ ਪਤਾ ਹੋਣਾ ਚਾਹੀਦਾ। ਸਾਡਾ ਇਹ ਉਸਤਾਦ ਹੈ, ਠੀਕ ਹੈ, ਇਹਨਾਂ ਨੇ ਕਦੋਂ ਉਸਤਾਦੀ ਪੱਗ ਲਈ ਹੈ, ਪਹਿਲੇ ਕਿੰਨੀ ਦੇਰ ਯਾਨੀ ਕਿ ਸ਼ਾਗਿਰਦੀ 'ਚ ਰਹਿ ਕੇ ਕਬੂਤਰ ਉੜੇ ਨੇ, ਕੀ ਚੀਜ਼ ਹੈ, ਇਹ ਵੀ ਜ਼ਰਾ ਤੁਸੀਂ ਸਾਰਿਆਂ ਨੂੰ ਕਲੀਅਰ ਕਰ ਦਿਓ ਅੱਜ ਦਾ। 2002 ਚ ਮੇਰਾ ਚੌਧਰੀ ਸਾਹਿਬ ਨਾਲ ਤਲਕ ਵਾਸਤਾ ਪਿਆਰ ਮੁਹੱਬਤ ਬਣਿਆ ਤੇ 2002 ਤੋਂ ਬਾਅਦ ਫਿਰ ਅਸੀਂ ਰਲ ਕੇ ਫਿਰਨ ਟੁਰਨ ਲੱਗ ਪਿਆ। ਆਗਾ ਸਾਹਿਬ ਸੇਲ ਹਾਂ ਸਾਰੇ ਦੋਸਤ ਇਕੱਠੇ ਰਹਿਣਾ ਪੈਣਾ ਤੇ 2004 ਚ ਫਿਰ ਉਸਤਾਦ ਹਰਾਂ ਤੋਂ ਉਸਤਾਦੀ ਪੱਗ ਲੈ ਲਈ ਚੌਧਰੀ ਸ਼ਫੀ ਸਾਹਿਬ ਤੋਂ। ਮਾਸ਼ਾਅੱਲਾ ਜੀ ਮਾਸ਼ਾਅੱਲਾ। ਤੇ ਉਦੋਂ ਵੀ ਜਨਾਬ ਕੋਲ ਹੀ ਗਏ ਸੰਭਾਲ ਕੇ ਰੱਖੀ। ਲੋ ਜੀ ਸਾਜੀ ਨੇ ਬੜੀ ਜ਼ਬਰਦਸਤ ਗੱਲ ਕੀਤੀ ਜੀ, ਸੰਭਾਲ ਕੇ ਰੱਖੀਏ। ਨਾਲੇ ਥੋੜੇ ਜਿਹੇ ਸ਼ੁਗਲੀ ਟਾਈਪ ਵੀ ਬੰਦੇ ਨੇ, ਠੀਕ ਹੈ, ਦੇਖ ਲਓ ਤੁਸੀਂ ਖੁਦ ਹੀ ਕਿ ਹੋਣਾ ਵੀ ਇੰਝ ਹੀ ਚਾਹੀਦਾ ਹੈ ਕਿ ਇਨਸਾਨ ਨੇ ਹੱਸ ਕੇ ਹੀ ਟਾਈਮ ਗੁਜ਼ਾਰਨਾ ਹੈ, ਇਸ ਤੋਂ ਇਲਾਵਾ ਕੁਝ ਵੀ ਨਹੀਂ। ਉਸਤਾਦ ਜੀ ਹੁਣ ਥੋੜੇ ਜਿਹੀ ਕੋਈ ਅਸੀਂ ਕਬੂਤਰਾਂ ਲੈ ਆ ਜਾਂਦੇ ਹਾਂ, ਕੋਈ ਇੱਕ ਅੱਧੀ ਟਿਪਸ ਤੁਹਾਡੇ ਕੋਲੋਂ ਲੈਣਾ ਚਾਹਾਂਗੇ ਲਾਜ਼ਮੀ, ਉਸ ਤੋਂ ਬਾਅਦ ਉਸਤਾਦ ਲੈ ਜਾਵਾਂਗੇ। ਅੱਛਾ ਉਸਤਾਦ ਜੀ, ਕਬੂਤਰ ਅਸੀਂ ਪਰ ਖੋਲ੍ਹਨੇ ਆ, ਉਹਦਾ ਜ਼ਿਆਦਾ ਚੌੜਾ ਪਰ ਹੋਣਾ ਚਾਹੀਦਾ, ਬਰੀਕ ਹੋਣਾ ਚਾਹੀਦਾ? ਇੱਕ ਅਸੀਂ ਕਹਿੰਦੇ ਹਾਂ ਜੀ, ਆਮ ਲਫ਼ਜ਼ਾਂ 'ਚ ਲੋਕ ਕਹਿੰਦੇ ਨੇ ਜੀ ਪਰ 'ਚ ਮੈਗਨੇਟ ਹੈ, ਉਹਦੇ ਬਾਰੇ ਵੀ ਜ਼ਰਾ ਤੁਸੀਂ ਸਭ ਨੂੰ ਦੱਸ ਦੇਣਾ। ਯਾਰ ਗੱਲ ਤਾਂ ਤੁਸੀਂ ਸੁਣਿਆ ਕੀ, ਜਿੰਨੇ ਮੂੰਹ ਦੀਆਂ ਗੱਲਾਂ, ਤੈਨੂੰ ਲਾਲ ਰੰਗ ਪਸੰਦ ਹੈ, ਮੈਨੂੰ ਨੀਲਾ, ਜੱਗੇ ਖੋਖਰ ਨੂੰ ਪੀਲਾ, ਹਰ ਬੰਦੇ ਦੀ ਆਪਣੀ ਆਪਣੀ ਪਸੰਦ ਹੈ। ਕਿਸੇ ਨੂੰ ਚੌੜਾ ਪਰ ਪਸੰਦ ਹੈ, ਕਿਸੇ ਨੂੰ ਪਤਲਾ, ਕੋਈ ਇੱਥੇ ਐਲੀਗੇਸ਼ਨ ਤਾਂ ਨਹੀਂ ਹੈ, ਨਹੀਂ ਹੈਗਾ। ਇਹ ਲੋਕਾਂ ਦੀਆਂ ਟਾਉਣ ਟੋਰ ਪਾਂਗੇ ਤੇ ਇਕੱਲੇ ਹੀ ਫਿਰੇਗਾ ਤੂੰ। ਅੱਛਾ ਠੀਕ ਹੋ ਗਿਆ। ਲੋ ਜੀ ਇਹ ਵੀ ਸਾਰ ਨੇ ਗੱਲ ਬਿਲਕੁਲ, ਜਿਹੜਾ ਉੱਡ ਜਾਵੇ ਨਾ ਕਬੂਤਰ, ਹਾਂ ਉਹਦਾ ਪਰ ਹੀ ਚੰਗਾ ਹੀ। ਲੋ ਜੀ ਜਿੰਜ ਮੈਂ ਵੀਡੀਓ ਬਣਾਈ ਹੈ ਸਾਦੇ ਕਬੂਤਰਾਂ ਦੀ, ਤੇ ਮੈਂ ਉਸ ਵੀਡੀਓ 'ਚ ਤੁਹਾਨੂੰ ਦੱਸਿਆ ਵੀ ਸੀ ਕਿ ਪਰ ਇਹ ਦੇਖ ਲਓ ਤੁਸੀਂ, ਠੀਕ ਹੈ, ਉੜੇ ਕਬੂਤਰ ਨੇ ਜਿਹੜੇ ਸ਼ਾਮ ਤੱਕ ਉੜੇ ਹੋਏ ਕਬੂਤਰ ਸੀ। ਤੇ ਇਹ ਸਵਾਲ ਕਰਨ ਦਾ ਮਕਸਦ ਹੈ ਹੀ ਇਹ ਸੀ ਕਿ ਉਸਤਾਦ ਜੀ ਉਹਨਾਂ ਨੇ ਬੜੇ ਆਰਾਮ ਨਾਲ ਕਲੀਅਰ ਕਰ ਦਿੱਤਾ ਉਸ ਸਵਾਲ ਨੂੰ। ਤੇ ਇਸ ਚੀਜ਼ ਨੂੰ ਲਾਜ਼ਮੀ ਹੁਣ ਤੁਸੀਂ ਗੌਰ 'ਚ ਰੱਖਣਾ। ਵੀਡੀਓ ਤੁਹਾਨੂੰ ਮਿਲ ਜਾਏਗੀ, ਪਹਿਲੇ ਲੱਗੇਗੀ ਉਸਤਾਦ ਦੀ ਇਹ ਵੀਡੀਓ, ਉਸ ਤੋਂ ਬਾਅਦ ਤੁਹਾਨੂੰ ਕਬੂਤਰਾਂ ਦੀ ਵੀਡੀਓ ਮਿਲੇਗੀ ਤੇ ਇਨਸ਼ਾਅੱਲਾ ਤਾਲਾ ਤੁਸੀਂ ਹੁਣ ਪਰ ਦੇਖੋਗੇ, ਤੁਹਾਨੂੰ ਸਿੱਖਣ 'ਚ ਵੀ ਮਿਲੇਗਾ। ਚੱਲਦੇ ਉਸਤਾਦ ਜੀ ਵੱਲੇ, ਉਸਤਾਦ ਜੱਗੇ ਵੱਲੇ। ਤੇ ਉਸਤਾਦ ਜੀ ਜ਼ਰਾ ਦੱਸ ਦੇਵੋ ਕਿ ਤੁਸੀਂ ਕਦੋਂ ਦਾ ਸ਼ੌਕ ਕਰਦੇ ਪਏ, ਜਾਂ ਤੁਸੀਂ ਦੱਸਦੇ ਪਏ ਸੀ ਕਿ ਤੁਸੀਂ ਬੜੀ ਦੇਰ ਤੋਂ ਸ਼ੌਕ ਕਰਦੇ ਪਏ ਜੇ। ਜੀ अस्सलाम वालेकुम। ਵਾਲੇਕੁਮ अस्सलाम। मैं इंशाअल्लाह ताला मैंने शौक करदे ਨੂੰ तकरीबन 1982-83 ਦਾ ਮੈਂ ਸ਼ੌਕ ਕਰਨ ਡਿਆ। ਜੀ ਜੀ ਬਚਪਨ ਤੋਂ ਹੀ ਸ਼ੌਕ ਹੈ ਸਾਨੂੰ। ਜੀ ਜੀ ਤੇ ਕਬੂਤਰਬਾਜ਼ੀ ਇੱਕ ਅਖਲਾਕੀਅਤ ਦਾ ਦਰਸ ਹੈ, ਇੱਕ ਇਨਸਾਨੀਅਤ ਦਾ ਦਰਸ ਹੈ। ਬੇਸ਼ੱਕ ਅੱਜ ਦੇ ਦੌਰ ਦੇ ਅੰਦਰ ਕਿਸ ਬੰਦੇ ਕੋਲ ਇੰਨਾ ਟਾਈਮ ਅਸੀਂ ਆਪਣੀ ਮਸਰੂਫੀਅਤ ਛੱਡ ਕੇ ਤੇ ਕਬੂਤਰਬਾਜ਼ੀ ਕਰਨੇ ਆ, ਕਾਹਦੇ ਲਈ? ਸਿਰਫ ਆਪਣੀ ਤਫਰੀਹ ਵਾਸਤੇ, ਇੰਜੋਏ ਕਰਨ ਵਾਸਤੇ। ਬਿਲਕੁਲ ਜਿਹੜੇ ਐਂਟਰਟੇਨਮੈਂਟ। ਲੋਕ ਕਬੂਤਰਬਾਜ਼ੀ ਨੂੰ ਆਪਣੀ ਵਿਰਾਸਤ ਸਮਝਦੇ ਨੇ ਜਾਂ ਆਪਣੀ ਕੋਈ ਜਾਗੀਰ ਸਮਝਦੇ ਨੇ, ਉਹ ਇੰਤਹਾਈ ਬੇਵਕੂਫੀ ਦਾ ਮੁਜ਼ਾਹਰਾ ਕਰਦੇ ਨੇ। ਕਬੂਤਰਬਾਜ਼ੀ ਪਿਆਰ ਮੁਹੱਬਤ ਦਾ ਸ਼ੌਕ ਹੈ, ਖਲਾਕੀਅਤ ਨਾਲ ਜਿਸ ਬੰਦੇ ਨਾਲ ਵੀ ਸ਼ੌਕ ਕਰੋ ਅੱਛੇ ਤਰੀਕੇ ਨਾਲ ਕਰੋ, ਕਿਆ ਬਾਤ ਹੈ, ਤੇ ਅੱਛਾ ਸ਼ੌਕ ਹੋਣਾ ਚਾਹੀਦਾ ਹੈ ਜੀ। ਅੱਛਾ ਉਸਤਾਦ ਜੀ, ਹੁਣ ਅਸੀਂ ਗੱਲ ਕਰਦੇ ਪਏ ਸਾਂ ਕਿ ਸ਼ੌਕ ਕਰਨਾ ਚਾਹੀਦਾ ਤੇ ਬੜੇ ਅੱਛੇ ਤਰੀਕੇ ਤੇ ਪਿਆਰ ਨਾਲ ਸਾਡਾ ਸ਼ੌਕ ਹੋਣਾ ਚਾਹੀਦਾ, ਤੇ ਇਹ ਯਾਨੀ ਕਿ ਕੀ ਵਜ੍ਹਾ ਬਣ ਜਾਂਦੀ ਹੈ ਕਿ ਇਨਸਾਨ ਜਿਹੜਾ ਹਾਰ ਨੂੰ ਜਿਹੜਾ ਨਾ ਤਸਲੀਮ ਨਹੀਂ ਕਰਦਾ? ਇਹ ਕੀ ਵਜ੍ਹਾ ਬਣ ਜਾਂਦੀ? ਸਾਈ ਤੁਹਾਡਾ ਤਜਰਬਾ ਹੈ, ਤੁਸੀਂ ਗੱਲ ਮੈਂ ਦੱਸੋ। ਇਹਦੇ ਬਾਰੇ ਤੁਹਾਨੂੰ ਦਾ ਜਵਾਬ ਦੇਣਾ। ਸ਼ਾਇਦ ਹੀ ਮੈਂ 1982-83 ਤੋਂ ਲੈ ਕੇ ਤੇ 2017 ਤੱਕ ਕਿਸੇ ਨੂੰ ਜਿੱਤਿਆ ਹੋਵੇਗਾ। ਲੋ ਮੇਰੀ ਜੀ ਨਜ਼ਰ ਦੇ ਬਹੁਤ ਅੰਦਰ ਵੱਡੀ ਮੈਂ ਗੱਲ ਹਾਰਿਆ ਹੀ ਹੈ। ਹਾਂ। ਅੱਛਾ ਤੇ 2018 ਤੋਂ ਲੈ ਕੇ ਤੇ 2019-20 ਤੱਕ ਅਲਹਮਦੁਲਿਲਾ ਮੈਂ ਏਡਾ ਕੋ ਅੱਛਾ ਰਿਜ਼ਲਟ ਰਿਹਾ ਹੈ। ਪੂਰੇ ਲਾਹੌਰ ਨੂੰ ਇਨਸ਼ਾਅੱਲਾ ਜਿੱਤਿਆ, ਔਰ 2019 ਦਾ ਮੈਂ ਚੈਂਪੀਅਨ ਆ, ਜੇਟ ਚੈਂਪੀਅਨ ਜੱਗਾ ਕੋਖਰ ਮੌਲਾ ਕੋ। ਮਾਸ਼ਾਅੱਲਾ ਜੀ। 2018 ਦੇ ਵਿੱਚ ਮੇਰਾ ਕਬੂਤਰ ਲਾਹੌਰ ਚੈਂਪੀਅਨ ਹੋਇਆ ਹੈ। ਅਸਲ ਦੇ ਵਿੱਚ ਪਤਾ ਕੀ ਗੱਲ ਹੈ, ਮੇਰਾ ਇੱਜ਼ਤ ਜਿਹੜਾ ਮੇਰਾ ਮਾਲਕ ਹੈ ਨਾ, ਇੱਜ਼ਤ ਦਿੰਦਾ ਹਰ ਬੰਦੇ ਨੂੰ। ਬੇਸ਼ੱਕ ਇਸ ਇੱਜ਼ਤ ਨੂੰ ਇਨਸਾਨ ਨੂੰ ਜਰ ਕੇ ਰੱਖਣਾ ਚਾਹੀਦਾ ਹੈ ਔਰ ਇੱਜ਼ਤ ਨੂੰ ਸੰਭਾਲਣਾ ਚਾਹੀਦਾ ਹੈ। ਸਮਾਲਨਾ ਕਬੂਤਰਬਾਜ਼ੀ ਵੇਖੋ, ਅੱਜ ਮੈਂ ਜਿੱਤਿਆ, ਕੱਲ ਕੋਈ ਹੋਰ ਜਿੱਤ ਗਿਆ, ਤੇ ਹਰ ਸਾਲ ਲਾਹੌਰ 'ਚ ਨਵਾਂ ਚੈਂਪੀਅਨ। ਬਿਲਕੁਲ ਐਂਜੀ ਉਸਤਾਦ ਜੀ, ਵੱਡੀ ਗੱਲ ਹੈ, ਸਹੀ ਕਹਿ ਰਹੇ ਜੇ। ਤੇ ਉਸਤਾਦ ਜੀ ਤੁਸੀਂ ਜਦੋਂ ਹਾਰਦੇ ਸੀ, ਆਪਣੀ ਹਾਰ ਨੂੰ ਤੁਸੀਂ ਕਿੰਝ ਦੇਖਦੇ ਹੁੰਦੇ ਸੀ? ਆਪਣੀਆਂ ਕਮੀਆਂ ਲੱਭਦੇ ਸੀ ਕਿ ਕੀ ਮੇਰੇ ਕੋਲੋਂ ਕਮੀ ਹੋਈ ਹੈ ਕਿ ਕਬੂਤਰ ਮੇਰੇ ਐਕਟਿਵ ਨਹੀਂ ਉੜੇ, ਇਹ ਗਲਤੀ ਹੋ ਗਈ ਹੈ? ਇਹ ਚੀਜ਼ ਵੀ ਤਾਂ ਸਾਰਿਆਂ ਨੂੰ ਕਲੀਅਰ ਕਰ ਦਿਓ ਕਿ ਹਾਰਨ ਤੋਂ ਬਾਅਦ ਆਪਣੀਆਂ ਕਮੀਆਂ ਇਨਸਾਨ ਨੂੰ ਦੇਖਣੀਆਂ ਚਾਹੀਦੀਆਂ ਕਿ ਯਾਰ ਮੇਰੇ ਕੋਲੋਂ ਐਕਟਿਵ ਕੀ ਕਮੀ ਹੋ ਗਈ ਹੈ ਜਿਹੜੀ ਮੇਰੀ ਪਿਛਲੇ ਸਾਲ ਨਹੀਂ ਸੀ ਹੋਈ ਤੇ ਮੇਰੇ ਅੱਛੇ ਉੜੇ ਸੀ। ਮੇਰੇ ਅੰਦਰ ਇੱਕ ਕੁਆਲਿਟੀ ਹੈ, ਮੈਂ ਜਿੰਨਾ ਹਾਰਾਂਗਾ ਨਾ ਉਹਨਾਂ ਮਜ਼ਬੂਤੀ ਨਾਲ ਸ਼ੌਕ ਅੱਗੇ ਵੱਧ ਕੇ ਕਰਾਂਗਾ। ਕੀ ਬਾਤ। ਅਗਰ ਅੱਜ ਬਾਜ਼ੀ ਹਾਰ ਗਿਆ ਮੈਂ ਤੇ ਅਗਲੀ ਬਾਜ਼ੀ ਮੈਂ ਇਸ ਤੋਂ ਚੰਗੀ ਉਡਾਵਾਂਗਾ। ਅਗਰ ਅਗਲੀ ਵੀ ਹਾਰ ਗਈ ਤੇ ਇਸ ਤੋਂ ਚੰਗੀ ਉਡਾਵਾਂਗਾ। ਮੇਰੀ ਇਹ ਕੋਸ਼ਿਸ਼ ਹੁੰਦੀ। ਮਜ਼ੀਦ ਮਜ਼ਾਰਾ ਇਸ ਤਰ੍ਹਾਂ ਦਾ ਕਰਨਾ ਚਾਹੀਦਾ। ਹਾਰ ਕੇ ਬੰਦੇ ਦਲੇਰ ਹੁੰਦੇ ਨੇ। ਕੀ ਬਾਤ ਤੇ ਹੈ। ਵੇਖੋ ਜੇ ਹਾਰ ਕੇ
मैं अपनी जिंदगी च कबूतर हार गया मैं कदी नहीं हारिया। मैं जिन्नी दफा भी हारिया मैनू इंज लगा जिवें मैं जितया। मैं तो इस तरह की गेम करना हार के अपने आप नूं कहना मैं जितया वा। गेम इस चीज का ना ते जे हार के घर बह जी तो फिर अगले साल शौक कौन करेगा। बिल्कुल हाँ जी। साह जी एक होर गल करना चाहांगा कि यानी कि ਅਸੀਂ ਬਾਜ਼ੀ ਜਿੱਤ ਜਾਂਦੇ ਆ, ਸਾਡਾ ਹਰੀਫ ਹੈਗਾ ਜਿਹੜਾ ਜਿੱਤਿਆ ਵੇ ਉਹਨੂੰ ਵੀ ਨਹੀਂ ਕੋਈ ਗੱਲ ਕਰਨੀ ਚਾਹੀਦੀ ਯਾਨੀ ਕਿ ਇਖਲਾਕ ਤੋਂ ਇਲਾਵਾ। ਜੀ देखो ਜਿਹੜਾ ਰੀਫ ਹੈ ਨਾ ਸਾਡਾ ਭਰਾ ਹੈ। ਮੇਰੀ ਨਜ਼ਰ ਦੇ ਅੰਦਰ ਸਾਡਾ ਉਹ ਸਾਹਬ ਹੈ। ਬਿਲਕੁਲ ਸਾਡਾ ਉਹ ਸ਼ੌਕ ਕਰਵਾਉਂਦਾ ਬਿਲਕੁਲ ਹੈ, ਸਾਨੂੰ ਐਡਵਰਟਾਈਜ਼ਮੈਂਟ ਕਰਵਾਉਂਦਾ, ਸਾਨੂੰ ਉਹ ਤਫਰੀਹ ਫਰਾਹਮ ਕਰਦਾ ਹੈ। ਬਿਲਕੁਲ ਸਹੀ ਜਿਸ ਅਗਰ ਉਹਦੀ ਅਸੀਂ ਰਿਸਪੈਕਟ ਨਹੀਂ ਨਾ ਕਰਾਂਗੇ ਤੇ ਸਾਡਾ ਸ਼ੌਕ ਕਿਵੇਂ ਹੋਵੇਗਾ। ਮੇਰਾ ਇਹ ਪੈगाम ਹੈ तमाम ਪਲੇਅਰਾਂ ਨੂੰ, तमाम ਅਹਿਲੇ ਪਾਕਿस्तान और बहरूने मुल्क तक कि प्लेयर एक दूसरे की इज्जत करो और इज्जत ना शौक करो, जिहदी तुहाडी भी इज्जत रवे साडी भी रवे। कबूतरबाजी इस चीज़ का ना क्योंकि साह जी देखो असी वीडियो भी बनाने हैं, सब कुछ करने ते साडी यानी कि वीडियो साडे चलदी साडी फैमिली चो भी कोई देख सकता है तो सानू चाहिए है कि कोई भी असी ऐसी वीडियो या कोई भी ऐसी गल अपनी वीडियो च ना करिए कि साडी फैमिली दे भी नज़र के सामने गुजरे तो कहे यार ये शौक अच्छा नहीं है, क्योंकि साडा शौक बहुत अच्छा है। देखो पता की जिसले ਅਸੀਂ अच्छा मैसेज देंगे ना लोगों ने ਤੇ अगर साडे फैमिली के लोग भी देखणगे ना ਤੇ ਕਹਿਣਗੇ यार कबूतरबाजी एक अच्छा शौक है। बिल्कुल ਤੇ ਜਦੋਂ ਅਸੀਂ ਕਿਸੇ ਨੂੰ ਗਲਤ ਲਫ਼ਜ਼ਾਂ ਨਾਲ ਯਾਦ ਕਰਾਂਗੇ ਜਾਂ ਗਲਤ ਗੁਫ਼ਤਗੂ ਕਰਾਂਗੇ ਤੇ ਜ਼ਾਹਿਰ ਹੈ ਸਾਡੇ ਹਰ ਅੱਜ ਮੀਡੀਆ ਦਾ ਦੌਰ ਹੈ, ਹਰ ਬੰਦੇ ਕੋਲ ਮੋਬਾਈਲ ਹੈ ਔਰ ਹਰ ਸੋਸ਼ਲ ਮੀਡੀਆ ਦੇ ਅੰਦਰ ਹਰ ਬੰਦਾ ਮੋਬਾਈਲ ਨੂੰ ਇਸਤੇਮਾਲ ਕਰਦਾ ਹੈ। ਤੇ ਜਦੋਂ ਅਸੀਂ ਗਲਤ ਮੈਸੇਜ ਦੇਵਾਂਗੇ ਸਾਰੇ ਲੋਕ ਸਾਡੇ ਘਰ ਦੇ ਵੇਖਣਗੇ, ਕਹਿਣਗੇ ਤੁਸੀਂ ਕਿਹੜੇ ਕੰਮ ਲੱਗੇ ਜੀ। अच्छा मैसेज दो और अच्छा शौक करो और तमाम अपने रीफा की रिस्पेक्ट करो और उन्हें अच्छा शौक उन्होंने बिल्कुल लो जी। साह जी जिंज असी दोबारा आ गए हैं, ठीक है, साडा भी चाय का वकबा हो गया सी। अच्छा साह जी असी गल करते पे सी कि कोई भी ऐसी गल नहीं करनी चाहिए कि जिहड़ी इखलाक तो गिरी होवे, ठीक है। तो असी मीडिया ते इस टाइम हर चीज़ आ रही है जा रही है, लोग देख रहे हैं तो ऐसी जी गल करते पे साडी गल विच ही रह गई, वो साडी गल पूरी हुई है जरा जी हुक्म करो। साह जी यानी कि तुसीं दसदे पे सी ना कि सब देखते हैं फैमिली च भी, तो इस चीज़ तो सानू जरा थोड़ा जिहा सोच के गल करनी चाहिए। किसी वक्त च कबूतरबाजी नूं बुरा समझिया जाता सी, किसी वक्त च कबूतरबाजी नूं बुरा समझिया जाता सी, हुण मेरी नज़र च कबूतरबाजी नूं बुरा नहीं समझिया जाता जी। उहदी वजह है कि अच्छा शौक करने पे हैं, अच्छे लोगों ने अच्छी गुफ्तगू करने पे हैं। जिहड़ा अच्छा शौक नहीं करता उहदे शौक ना करो। मैं तो मेरा मीडिया दे ये पैगाम है कि जिहड़ा बंदा भी अच्छा शौक नहीं करता, फर्ज करो कोई बेईमानी करता है, चाहे कोई हत्थू मारदा है, ਉਹਨੂੰ ਇੱਕ ਬੰਦੇ ਨੂੰ ਫਰਕ ਕਰੋ। ਹਾਂ ਤੁਸੀਂ ਜੋ ਉਹਨੂੰ ਇੱਕ ਬੰਦਾ 100 ਬੰਦੇ ਨੂੰ ਗੰਦਿਆਂ ਕਰਦਾ ਹੈ ਤੇ ਇੱਕ ਨੂੰ ਫਰਕ ਕਰੋ, ਕੰਮ ਨਿਬੜ ਜਾਏ ਤੇ ਅੱਛਾ ਸ਼ੌਕ ਹੋਣਾ ਚਾਹੀਦਾ। ਬਿਲਕੁਲ ਠੀਕ ਹੋ ਗਿਆ। ਅੱਛਾ ਸਾਹ ਜੀ ਇੱਕ ਹੋਰ ਤੁਹਾਡੇ ਕੋਲ ਮੈਂ ਸਵਾਲ ਕਰਨਾ ਚਾਹਾਂਗਾ ਕਿ ਜਿੰਜ ਲਾਹੌਰ 'ਚ ਮੌਸਮ ਲੋਕ ਕਹਿੰਦੇ ਨੇ ਅਕਸਰ ਕਿ ਬਹੁਤ ਜ਼ਿਆਦਾ ਗਰਮੀ ਹੁੰਦੀ ਹੈ ਇੱਥੇ, ਕਿਉਂਕਿ ਜ਼ਾਹਿਰ ਬਾਤ ਹੈ ਫੈਕਟਰੀਆਂ ਨੇ, ਗੱਡੀਆਂ ਦੀ, ਹਰ ਚੀਜ਼ ਪੋਲੂਸ਼ਨ ਹੈ ਤੇ ਇੱਥੇ ਹੋਰ ਮੌਸਮ ਹੈ। ਲੇਕਿਨ ਪੰਜਾਬ ਲੈਵਲ 'ਚ ਕਹਿੰਦੇ ਨੇ ਕਿ ਉੱਥੇ ਗਰਦੋ ਗੁਬਾਰ ਜਿਹੜੀ ਹੈ ਉਹ ਜ਼ਿਆਦਾ ਸਾਫ਼ ਹੈ ਤੇ ਨਮੀ ਹੁੰਦੀ ਹੈ। ਇੱਥੋਂ ਤੇ ਉੱਥੇ ਦੇ ਮੌਸਮ ਦਾ ਕੀ ਫਰਕ ਹੈ, ਇਹ ਜਰਾ ਥੋੜਾ ਜਿਹਾ ਤੁਸੀਂ ਦੱਸ। ਮੈਂ ਤੁਹਾਨੂੰ ਦੱਸ, ਮੇਰੇ ਕੋਈ ਦੋਸਤ ਨੇ ਜੇਲਮ, ਮੈਂ ਉਹਨਾਂ ਕੋਲ 2 ਦਿਨ ਰਹਿ ਕੇ, ਲਾਹੌਰ ਦਾ ਤੇ ਜੇਲਮ ਦਾ ਇਸ ਤਰ੍ਹਾਂ ਫਰਕ ਹੈ ਜਿਸ ਤਰ੍ਹਾਂ ਜ਼ਮੀਨ ਤੇ ਸਮਾਨ ਦਾ ਫਰਕ ਹੈ। ਇੰਨਾ ਫਰਕ ਲਾਹੌਰ ਨੂੰ ਇੱਕ ਕਬੂਤਰਬਾਜੀ ਦਾ ਗੜ ਕਿਹਾ ਜਾਂਦਾ ਔਰ ਯੂਨੀਵਰਸਿਟੀ ਕਿਹਾ ਜਾਂਦਾ। ਜਿਹੜੇ ਪਲੇਅਰ ਲਾਹੌਰੋਂ ਬਾਹਰ ਕਬੂਤਰਬਾਜੀ ਕਰਦੇ ਨੇ ਨਾ, ਚਾਹੇ ਮੈਂ ਕਰਾਂ ਜਾਂ ਤੁਸੀਂ ਕਰੋ, ਉਹਨਾਂ ਦੇ ਕਬੂਤਰ ਲਾਹੌਰ ਨਾਲੋਂ ਅੱਛੇ ਉੱਡਦੇ ਨੇ। ਉਹਨਾਂ ਦੀ ਵਜ੍ਹਾ ਇੱਕ ਤਾਂ ਉੱਥੇ ਗਰਦੋ ਗੁਬਾਰ ਨਹੀਂ ਹੁੰਦਾ, ਦੂਸਰਾ ਜਿਹੜਾ ਧੂਆਂ, ਦੁਨੀਆ ਦੇ ਪਹਿਲੇ ਨੰਬਰ ਤੇ ਸਾਡਾ ਲਾਹੌਰ ਮੁਲਕ ਹੈ ਜਿੱਥੇ ਪੋਲੂਸ਼ਨ ਜ਼ਿਆਦਾ ਹੈ, ਜਿੱਥੇ ਗਰਦੋ ਗੁਬਾਰ ਜ਼ਿਆਦਾ ਹੈ, ਜਿੱਥੇ ਟ੍ਰੈਫਿਕ ਬਹੁਤ ਜ਼ਿਆਦਾ ਹੈ, ਗਰਮੀ ਦੀ ਸ਼ਿੱਦਤ ਬਹੁਤ ਜ਼ਿਆਦਾ ਹੈ। ਤੇ ਜਿਹੜੇ ਬਾਹਰ ਦੇ ਇਲਾਕੇ ਨੇ ਨਾ, ਜਿਸ ਤਰ੍ਹਾਂ ਪੰਜਾਬ ਲੈਵਲ 'ਤੇ ਤੁਸੀਂ ਕਹਿ ਰਹੇ ਜੀ, ਮੈਂ ਕਾਫੀ ਵੇਖ ਰਿਹਾ ਮੈਂ ਸੈਂਸਰੀਆਂ 150-150 ਘੰਟਾ ਬੰਦੇ ਮਾਰ ਰਹੇ ਨੇ। ਹਾਂਜੀ ਜਿਹੜੇ 150-150 ਘੰਟਾ ਮਾਰ ਰਹੇ ਨੇ ਨਾ, ਉੱਥੇ ਬਹੁਤ ਨਮੀ ਜ਼ਿਆਦਾ ਹੈ, ਬਹੁਤ ਚੋਖੀ ਨਮੀ ਹੈ। ਉਸ ਵਜ੍ਹਾ ਤੋਂ ਕਬੂਤਰ ਇੰਨਾ ਹਰ ਰੋਜ਼ ਕਬੂਤਰ ਜਿਸ ਵੇਲੇ ਰਾਤ ਨਮੀ ਨੂੰ ਮਿਲਦੀ ਹੈ ਨਾ ਔਰ ਸਵੇਰ ਤੱਕ ਫਰੈਸ਼ ਹੋ ਜਾਂਦਾ ਤਾਂ ਜ਼ਿਆਦਾ ਉੱਡਦਾ। ਇੱਥੇ ਲਾਹੌਰ ਜਿਸ ਵੇਲੇ 47-46 ਟੈਂਪਰੇਚਰ ਪੈਂਦਾ ਹੈ ਨਾ ਤੇ ਰਾਤ ਖੁੱਡਿਆਂ 'ਚ 50 ਹੋਇਆ ਹੁੰਦਾ ਤੇ ਸਵੇਰੇ 9 ਵਜੇ ਨੇ ਜਹਾਜ਼ ਬਣ ਕੇ ਲੱਗੇ ਹੁੰਦੇ ਨੇ, ਗਰਮੀ ਦੀ ਵਜ੍ਹਾ ਤੋਂ ਹੁੰਦੇ ਨੇ। ਲਓ ਜੀ, ਸਭ ਭਾਈਆਂ ਨੂੰ ਇਸ ਚੀਜ਼ ਦਾ ਜਵਾਬ ਮਿਲ ਗਿਆ ਕਿ ਫਰਕ ਕੀ ਹੈ।
ਜੇ ਬਾਹਰ 40 ਹੈ ਤੇ ਖੁੱਡੇ 'ਚ 50 ਹੈ। ਰਾਤ ਨੂੰ ਕਬੂਤਰ ਜਿਹਨੂੰ ਰਾਤ ਨੂੰ ਖੁੱਡੇ 'ਚ ਵੀ ਗਰਮੀ ਮਿਲਣੀ ਹੈ ਤੇ ਜਿਸ ਜਗ੍ਹਾ ਤੇ ਰਾਤ ਨੂੰ ਨਮੀ ਹੋਣੀ ਹੈ ਉਸ ਕਬੂਤਰ ਨੇ ਜਲਦੀ ਰਿਕਵਰ ਹੋ ਜਾਣਾ ਹੈ, ਤੇ ਜਿੱਥੇ ਗਰਮੀ ਹੋਣੀ ਹੈ ਉੱਥੇ ਕਬੂਤਰ ਨੂੰ ਜ਼ਾਹਿਰੀ ਬਾਤ ਹੈ ਮਸਲਾ ਮਸਾਇਲ ਹੁੰਦੇ ਨੇ, ਉੱਥੇ ਮਿਹਨਤ ਵੀ ਜ਼ਿਆਦਾ ਕਰਨੀ ਪੈਂਦੀ ਹੈ। ਇਹ ਫਰਕ ਹੁੰਦਾ ਹੈ ਯਾਨੀ ਕਿ ਲਾਹੌਰ ਤੋਂ ਬਾਹਰ ਦਾ ਤੇ ਲਾਹੌਰ ਦੀ ਗਰਮੀ ਦਾ ਇਹ ਫਰਕ ਹੈ। ਆਖਰੀ ਸਵਾਲ ਸਾਜ ਜੀ ਉਹਨਾਂ ਨਾਲ ਕਰਾਂਗੇ। ਸਾਜ ਜੀ ਅੱਜ ਕੱਲ੍ਹ ਜਿੰਜ ਮੌਸਮ ਬੜਾ ਖਰਾਬ ਜਿਹਾ ਹੋਇਆ, ਠੀਕ ਹੈ, ਤੇ ਅਕਸਰ ਮੈਨੂੰ ਦੋਸਤਾਂ ਦੇ ਮੈਸੇਜ ਵੀ ਆ ਰਹੇ ਸੀ, ਕਹਿ ਰਹੇ ਸੀ ਕਿ ਕਬੂਤਰਾਂ ਦੇ ਨਾਲ ਗਲੇ ਖਰਾਬ ਹੋ ਰਹੇ ਨੇ, ਜਿੰਜ ਉਹ ਕੀ ਕਹੀਦਾ ਨੂੰ ਜ਼ਹਿਰਬਾਦ ਹੋ ਜਾਂਦਾ ਜੀ ਜੀ ਉਸ ਤਰ੍ਹਾਂ ਦਾ ਹੋ ਜਾਂਦਾ ਹੈ, ਤੇ ਉਹਦਾ ਕੀ ਇਲਾਜ ਹੈ? ਆਖਿਰ ਤੇ ਇਹੀ ਪੁੱਛਾਂਗੇ ਤੇ ਫਿਰ ਤੁਹਾਡੇ ਕੋਲੋਂ ਇਜਾਜ਼ਤ ਲਵਾਂਗੇ। ਕਬੂਤਰਬਾਜ਼ੀ ਦੇ ਅੰਦਰ ਜ਼ਹਿਰਬਾਦ ਇੱਕ ਬਹੁਤ ਵੱਡੀ ਬਿਮਾਰੀ ਹੈ। ਜਿਸ ਤਰ੍ਹਾਂ ਕਦੀ ਕੋਈ ਇਨਸਾਨਾਂ ਨੂੰ ਕੈਂਸਰ ਦੀ ਬਿਮਾਰੀ ਹੋ ਜਾਂਦੀ ਇਸ ਨੇ ਗਲੇ 'ਚ, ਇਸ ਤਰ੍ਹਾਂ ਇਹਨਾਂ ਕਬੂਤਰਾਂ ਨੂੰ ਗਲੇ 'ਚ ਜ਼ਹਿਰਬਾਦ ਹੋ ਜਾਂਦਾ ਹੈ, ਜਿਹਦੀ ਵਜ੍ਹਾ ਇਹ ਵੇ ਕਿ ਇੱਕ ਬਾਹਰ ਦੇ ਮੁਲਕੋਂ ਪਾਊਡਰ ਮਿਲਦਾ ਹੈ, ਫਰਾਂਸ ਦਾ ਪਾਊਡਰ ਹੈ, ਬਲਜੀਕੀਆ ਦਾ ਪਾਊਡਰ ਹੈ, ਅਗਰ ਉਹ ਲੋਕ ਇਸਤੇਮਾਲ ਕਰਦੇ ਹੁਣ ਤਾਂ ਪਾਕਿਸਤਾਨ ਦੇ ਅੰਦਰ ਵੀ ਇਹ ਮੈਡੀਸਿਨਾਂ ਮਿਲਦੀਆਂ, ਉਹਨੂੰ ਕੈਂਕਰ ਕਿਹਾ ਜਾਂਦਾ ਹੈ। ਕੈਂਕਰ ਬਿਲਕੁਲ। ਹਰ ਮੰਥ ਤੋਂ ਬਾਅਦ 3 ਦਿਨ ਉਹਨਾਂ ਦਾ ਕੋਰਸ ਕਰਾਉਣਾ ਚਾਹੀਦਾ ਹੈ। ਹਰ ਮਹੀਨੇ ਤੋਂ ਬਾਅਦ 3 ਦਿਨ, ਅਗਰ ਬਿਮਾਰੀ ਹੋਵੇ ਤਾਂ 7 ਦਿਨ, ਇਨਸ਼ਾਅੱਲਾ ਤਾਲਾ ਕਦੀ ਕੈਂਕਰ ਨਹੀਂ ਆਉਂਦਾ। ਜੀ ਹੋਰ ਸਵਾਲ ਹੈ ਇਹਦੇ ਵਿੱਚ? ਨਹੀਂ ਸਾਜੀ ਬਸ ਇਹੀ ਹੈ ਸਾਜੀ, ਕੈਂਕਰ ਹੋ ਜਾਨੀ ਕਿ ਉਹ ਪਾਊਡਰ ਮਿਲਦਾ, ਉਸ ਤੋਂ ਇਲਾਵਾ ਕੋਈ ਹੱਲ ਹੋ ਸਕਦਾ ਹੈ? ਇਸ ਤੋਂ ਇਲਾਵਾ ਹੱਲ ਇਹ ਹੈਗਾ ਕਿ ਤੁਸੀਂ ਆਪਣੇ ਕਬੂਤਰਾਂ ਨੂੰ ਹਰ 2-4 ਦਿਨਾਂ ਬਾਅਦ ਥੋਮ ਤੇ 1-2 ਥੋਮ ਦੀਆਂ ਤੁਰੀਆਂ ਕੁੱਟ ਕੇ ਪਾਣੀ 'ਚ ਪਾਓ, ਉਹਦੇ ਨਾਲ ਵੀ ਜ਼ਹਿਰਬਾਦ ਦੀ ਉਹਦੇ 'ਚ ਕਮੀ ਆਉਂਦੀ, ਘੱਟ ਕਬੂਤਰਾਂ ਨੂੰ ਹੁੰਦਾ ਹੈ। ਅਗਰ ਬਾਅਦ ਦਾ ਦਵਾਈ ਨਹੀਂ ਕਿਸੇ ਨੂੰ ਲੱਭਦੀ, ਮੇਰੇ ਨਜ਼ਰ 'ਚ ਤਾਂ ਪਾਕਿਸਤਾਨ ਦੇ ਅੰਦਰ ਹਰ ਸ਼ੈ ਮੌਜੂਦ ਹੈ, ਇਸ ਵੇਲੇ ਮਿਲ ਜਾਂਦੀ ਸੀ ਜੀ। ਤੁਸੀਂ ਇਹ ਮੀਡੀਆ ਦੇ ਕੱਢੋ, ਤੁਹਾਡੇ ਆ ਕੇ ਘਰ ਡਿਲੀਵਰੀ ਦੇ ਜਾਂਦੇ। ਬਿਲਕੁਲ ਇੰਜੀ ਹੈ ਜੀ ਉਸਤਾਦ। ਅੱਛਾ ਸਾਜੀ, ਲਾਸਟ ਦੇ ਵਿੱਚ ਜਾਂਦੇ ਹੋਏ ਕੋਈ ਅੱਛਾ ਪੈਗਾਮ, ਅੱਛਾ ਇੱਕ ਮੈਸੇਜ ਸਾਡੇ ਸਭ ਜਿੰਨੇ ਵੀ ਦੋਸਤ ਦੇਖਣ ਵਾਲੇ ਨੇ ਕਬੂਤਰ ਪਰਵਰ ਸਾਡੇ ਭਾਈ, ਉਹਨਾਂ ਵਾਸਤੇ ਇੱਕ ਲਾਸਟ ਮੈਸੇਜ ਤੇ ਫਿਰ ਅਸੀਂ ਜਾ ਸਕਦੇ ਬੋਲਣ ਦਾ ਮੈਸੇਜ ਹੀ ਦਿੰਦਾ ਨਾ ਤੈਨੂੰ। ਮੇਰਾ ਆਖਰੀ ਪੈਗਾਮ ਇਹ ਵੇ ਕਿ ਅਗਲੇ ਜੇਠ ਦੀ ਤਿਆਰੀ ਕਰੋ। ਜੱਗਾ ਕੋਕਰ, ਮੌਲਾ ਕੋਕਰ ਇੰਸ਼ਾਅੱਲਾ ਅਗਲੇ ਜੇਠ ਫੇਰ ਆਉਣਗੇ ਔਰ ਅੱਛਾ ਰਿਜ਼ਲਟ ਦੇਣਗੇ ਇੰਸ਼ਾਅੱਲਾ। ਲਓ ਜੀ, ਜੱਗਾ ਕੋਕਰ ਔਰ ਮੌਲਾ ਕੋਕਰ ਇੱਕ ਬੈਂਡ ਦਾ ਨਾਂ ਹੈ। ਇਸ ਸਾਲ ਅਸੀਂ ਸਾਡੀ ਕੋਈ ਮਜਬੂਰੀ ਸੀ, ਕੋਈ ਵਜੂਹਾਤ ਸਾਂ, ਕੋਈ ਕਬੂਤਰ ਸਾਡੇ ਵਾਇਰਸ ਦੀ ਬਿਮਾਰੀ ਦੀ ਵਜ੍ਹਾ ਤੋਂ ਅਸੀਂ ਨਹੀਂ ਆ ਸਕੇ, ਲਿਹਾਜ਼ਾ ਅਸੀਂ ਗਾਇਬ ਰਹੇ ਐਡਵਰਟਾਈਜ਼ਮੈਂਟ ਤੋਂ। ਅੱਛਾ। ਤੇ ਅੱਜ ਅਚਾਨਕ ਹੀ ਮੇਰਾ ਕਜ਼ਨ ਹੈ ਮਤਲਬ ਯਾਸਰ ਕੋਕਰ ਔਰ ਮੇਰਾ ਭਾਈ ਹੈ ਇਸ਼ਫਾਕ, ਇਹਨੇ ਅਚਾਨਕ ਹੀ ਮੇਰਾ ਦਿਲ ਕੀਤਾ ਗੁੜ ਵਾਲੀ ਚਾਹ ਪੀਣ ਤੇ। ਮੈਂ ਫੋਨ ਕੀਤਾ ਵੀ ਚਾਹ ਬਣਾਓ, ਮੈਂ ਲਗਾਉਣਾ। ਉਹ ਮੈਨੂੰ ਨਹੀਂ ਸੀ ਪਤਾ ਕਿ ਮੀਡੀਆ, ਸੋਸ਼ਲ ਮੀਡੀਆ ਵਾਲੇ ਆਏ ਨੇ। ਚਲੋ ਇਸੇ ਬਹਾਨੇ ਤੁਹਾਡੇ ਨਾਲ ਮੁਲਾਕਾਤ ਹੋ ਗਈ ਹੈ ਤੇ ਸਾਰੀ ਦੁਨੀਆ ਨੂੰ ਮੈਸੇਜ ਵੀ ਸਾਡਾ ਚਲਾ ਗਿਆ। ਬਿਲਕੁਲ ਹੈ ਜੀ, ਸਾਨੂੰ ਵੀ ਬਹੁਤ ਅੱਛਾ ਲੱਗਾ ਸਾਜੀ ਤੁਹਾਡੇ ਨਾਲ ਮਿਲ ਕੇ। ਜਾਇੰਦਾ ਤੁਹਾਡਾ ਯਾਨੀ ਕਿ ਅਖਲਾਕ ਬੜੇ ਤੁਸੀਂ ਹਸਮੁਖ ਜਿਹੇ, ਉਧਰ ਸਾਜੀ ਵੀ ਇੰਜੀ ਨੇ ਮਾਸ਼ਾਅੱਲਾ। ਇੰਜ ਹੀ ਹੋਣਾ ਚਾਹੀਦਾ ਸਭ ਨੂੰ ਕਿ ਹੱਸ ਖੇਡ ਕੇ ਟਾਈਮ ਗੁਜ਼ਾਰਨਾ ਚਾਹੀਦਾ। ਤੇ ਸਾਜੀ ਲੈਣੇ ਹੁਣ ਸਭ ਕੋਲੋਂ ਇਜਾਜ਼ਤ ਹੈ, ਇਨਸ਼ਾਅੱਲਾ ਤਾਲਾ ਫਿਰ ਮਿਲਾਂਗੇ। ਲੋ ਜੀ, ਅਸੀਂ ਜਰਾ ਸਟਾਪ ਕਰ ਲਈ ਸੀ ਵੀਡੀਓ ਤੇ ਕਾਲ ਆ ਗਈ ਸੀ ਉਸਤਾਦ ਜੀ ਉਹਨਾਂ ਨੂੰ, ਤੇ ਉਸਤਾਦ ਜੀ ਦਾ ਆਖਰੀ ਤੁਸੀਂ ਇੱਕ ਗੱਲ ਕਰਦੇ ਪਏ ਸੀ, ਉਸ ਤੋਂ ਬਾਅਦ ਅੱਗੇ ਚੱਲਾਂਗੇ। ਮੇਰੇ ਨਬੀ ਕਰੀਮ सल्लल्लाहु अलैहि वसल्लम ਦਾ ਪੈਗਾਮ ਹੈ ਕਿ ਬਿਹਤਰੀਨ ਸ਼ਖਸ ਹੋਏ ਔਰ ਦੁਨੀਆ 'ਚ ਅੱਛਾ ਇਨਸਾਨ ਹੋਏ ਔਰ ਜੰਨਤ 'ਚ ਸਭ ਤੋਂ ਮੇਰੇ ਕਰੀਬ ਉਹ ਬੰਦਾ ਹੋਵੇਗਾ ਜਿਹਦਾ اخلاق ਅੱਛਾ ਹੋਵੇਗਾ ਮਾਸ਼ਾਅੱਲਾ। ਤੇ ਮੇਰਾ तमाम ਦੋਸਤਾਂ ਨੂੰ ਮੇਰਾ ਪੈਗਾਮ ਹੈ ਕਿ ਅਖਲਾਕੀਅਤ ਜਿਹੜੀ ਨਾ ਉਹਦਾ ਦਾਮਨ ਨਾ ਛੱਡੋ ਔਰ ਕਬੂਤਰਬਾਜ਼ੀ ਨੂੰ ਆਪਣਾ ਅੱਛਾ ਸ਼ੌਕ ਕਰਕੇ ਕਰੋ ਤੇ ਇੰਜੋਇਮੈਂਟ ਕਰੋ। ਲਓ ਜੀ, ਚੱਲਨੇ ਹੁਣ ਅੱਗੇ ਤੇ ਤੁਹਾਨੂੰ ਉਸਤਾਦ ਮੀਆਂ ਇਸ਼ਫਾਕ। ਲੋ ਜੀ, ਉਸਤਾਦ ਮੀਆਂ ਇਸ਼ਫਾਕ ਸਾਹਿਬ ਦੇ ਕੋਲ ਅਸੀਂ ਆ ਗਏ ਹਾਂ ਜੀ। ਕਬੂਤਰ ਉਡਾਨ 'ਚ ਸੰਭਾਲਣ 'ਚ ਇਹਨਾਂ ਦਾ ਬਹੁਤ ਵੱਡਾ ਹੱਥ ਹੈ ਜੀ, ਤੇ ਇਹ ਤੁਹਾਨੂੰ ਆਪ ਹੀ ਦੱਸਣਗੇ। ਇਹਨਾਂ ਦੇ ਸ਼ਾਗਿਰਦਾਂ ਨੇ ਵੀ ਬਹੁਤ ਅੱਛੀ ਪਰਫਾਰਮੈਂਸ ਦਿੱਤੀ ਹੈ, ਤੇ ਉਹ ਕਿੱਥੇ ਉਹਨਾਂ ਦੀ ਛੱਤ ਹੈ ਜੋ ਵੀ ਹੈ ਉਹ ਸਭ ਕੁਝ ਤੁਹਾਨੂੰ ਆਪ ਦੱਸ ਦੇਣਾ। अस्सलाम वालेकुम उस्ताद जी। ਵਾਲੇਕੁਮ ਸਲਾਮ ਜਨਾਬ, ਕੀ ਹਾਲ ਚਾਲ? ਠੀਕ ਠਾਕ ਉਸਤਾਦ ਜੀ, ਤੁਸੀਂ ਦੱਸ ਦਿਓ ਜਿਹੜੇ ਤੁਹਾਡੇ ਸ਼ਾਗਿਰਦਾਂ ਦੀ ਛੱਤ ਹੈ ਉਹ ਕਿੱਥੇ ਹੈਗੀ ਹੈ, ਤੇ ਮਾਸ਼ਾਅੱਲਾ ਉਹਨਾਂ ਦੀ ਬਹੁਤ ਅੱਛੀ ਪਰਫਾਰਮੈਂਸ ਸੀ, ਤੇ ਇਹ ਵੀ ਜ਼ਰਾ ਤੁਸੀਂ ਜ਼ਰਾ ਸਾਰੇ ਦੇਖਣ ਵਾਲੇ ਭਾਈਆਂ ਨੂੰ ਨਾ ਦੱਸ ਦਿਓ। ਜਨਾਬ ਉਹ ਨਨਕਾਣਾ ਸਾਹਿਬ ਤੇ ਜੀ ਜੀ, ਸਿਟੀ ਨਨਕਾਣਾ ਦੇ ਵਿੱਚ ਉਹਨਾਂ ਦੀ ਛੱਤ 5 ਛੱਤਾਂ ਨਾਲ ਬਾਦੀ ਸੀ। ਮਾਸ਼ਾਅੱਲਾ ਜੀ। ਉਹਨਾਂ ਨੇ ਉਹ ਸਾਰਿਆਂ ਨੂੰ 5 ਨੂੰ ਜਿੱਤਿਆ। ਫਿਰ ਸਿਟੀ ਨਨਕਾਣੇ ਦੇ ਵਿੱਚ 3 ਰੋਜ਼ਾ ਕੱਪ ਜਿੱਤਿਆ। ਫਿਰ 2 ਵਨਡੇ ਸੀ, ਇੱਕ 7 ਕਬੂਤਰ ਦਾ, ਇੱਕ 50 ਕਬੂਤਰਾਂ ਦਾ, ਉਹ ਵੀ ਦੋਵੇਂ ਉਹਨਾਂ ਵਿਨ ਕੀਤੇ। ਜ਼ਬਰਦਸਤ। ਤੇ ਜ਼ਿਲ੍ਹਾ ਸ਼ੇਖੂਪੁਰੇ 'ਚ 7ਵੀਂ ਪੋਜੀਸ਼ਨ, ਜ਼ਿਲ੍ਹਾ ਨਨਕਾਣੇ 'ਚ ਜਿਹੜੇ ਉੱਡੇ ਨੇ ਉਹਦੇ 'ਚ ਵੀ 7ਵੀਂ ਪੋਜੀਸ਼ਨ, ਯਾਨੀ 50 ਕੱਪਾਂ 'ਚ ਵੀ ਉਹਨਾਂ ਪੋਜੀਸ਼ਨ ਲਈ ਤੇ 50 ਛੱਤਾਂ ਨੂੰ ਵੀ ਉਹਨਾਂ ਵਿਨ ਕੀਤਾ। ਜ਼ਬਰਦਸਤ ਹੋ ਗਿਆ। ਅੱਛਾ, ਹੁਣ ਮੇਨ ਤੁਹਾਡਾ ਰੋਲ ਹੈ, ਤੁਸੀਂ ਕਬੂਤਰਾਂ ਨੂੰ ਉੜ ਕੇ ਆਉਣ ਨੂੰ ਦੇਖਣਾ ਵੀ ਹੈ, ਸਭ ਕੁਝ ਕਰਨਾ ਵੀ ਹੈ,
ਤੇ ਦੇਖਣ ਵਾਲੇ ਭਾਈਆਂ ਨੂੰ ਤੁਸੀਂ ਇਹ ਵੀ ਦੱਸ ਦਿਓ। ਇੱਕ ਮੈਸੇਜ ਮੈਨੂੰ ਆਇਆ ਵੀ ਹੋਇਆ ਸੀ, ਚਲੋ ਹੁਣ ਐਸੇ ਬਹਾਨੇ ਤੁਹਾਡੇ ਕੋਲ ਅਸੀਂ ਆ ਗਏ ਅੱਗੇ ਚੱਲਦੇ ਤੇ ਉੜ ਕੇ ਆਏ ਕਬੂਤਰ ਦੀ ਥੋੜੀ ਜੀ ਸੰਭਾਲ ਤੁਸੀਂ ਦੱਸ ਦਵੋ ਤੇ ਜ਼ਿਆਦਾ ਟਾਈਮ ਨਹੀਂ ਅਸੀਂ ਤੁਹਾਡਾ ਲਵਾਂਗੇ। ਵੀਰੇ ਸੰਭਾਲ ਜਿਹੜੀ ਹਰ ਬੰਦੇ ਦੀ ਮੁਖਤਲਫ, ਬਿਲਕੁਲ ਹੈ ਜੀ। ਠੀਕ ਹੈ, ਕੋਈ ਕਿਸ ਤਰ੍ਹਾਂ ਸੰਭਾਲਦਾ, ਕੋਈ ਕਿਸ ਤਰ੍ਹਾਂ ਸੰਭਾਲਦਾ ਹੈ। ਤੇ ਇਹ ਜਿਹੜੀ ਹੈ ਨਾ, ਇਹ ਗੁਫ਼ਤਗੂ ਜਿਹੜੀ ਹੈ ਨਾ, ਇਹ ਰਹਿਣ ਹੀ ਦੇ, ਤੂੰ ਹੋਰ ਕੋਈ ਸਵਾਲ ਨਹੀਂ ਨਹੀਂ ਸਾਜੀ ਨਹੀਂ, ਅਸੀਂ ਕੋਈ ਐਸੀ ਇਹ ਨਹੀਂ ਪੁੱਛਣਾ ਕਿ ਤੁਸੀਂ ਯਾਨੀ ਕਿ ਉਹਦੇ ਚ ਕੀ ਪਾਉਂਦੇ ਜੇ ਕੀ ਕਰਦੇ ਜੇ, ਕਿ ਸਿੰਪਲ ਤਰੀਕਾ ਕਿ ਕਬੂਤਰ ਉੜ ਕੇ ਆਇਆ, ਠੀਕ ਹੈ। ਉੜ ਕੇ ਆਇਆ ਤਾਂ ਭਾਈ ਸਾਰਿਆਂ ਨੂੰ ਪਤਾ ਕਿਵੇਂ ਸੰਭਾਲਦੇ ਆ। ਨਹੀਂ ਇਹ ਤਰੀਕਾ ਇਹ ਸਿੱਖਣਾ ਪੈਂਦਾ। ਉਸਤਾਦ ਜੀ ਦਾ ਕੋਈ ਗੱਲ ਕਰਦੇ ਪਏ ਨੇ। ਆਇਆ ਨੂੰ ਪਾਣੀ ਸ਼ਾਨੀ ਪਿਓ ਤੇ ਮਹਿਮਾਨ ਨਵਾਜ਼ੀ ਕਰੋ, ਅੱਲਾ ਤਾਂ ਬੜਾ ਠੀਕ ਹੋ ਜਾਏਗਾ। ਆਇਆ ਨੂੰ ਪਾਣੀ ਸ਼ਾਨੀ ਪਿਓ ਦੀ ਸੇਵਾ ਕਰੋ। ਉਹ ਜਿਹੜੀ ਗੱਲ ਹੈ ਨਾ, ਜਿਹੜੀ ਮੀਆਂ ਸਾਹਿਬ ਨੇ ਗੱਲ ਮੀਆਂ ਸਾਹਿਬ ਤੁਹਾਡੇ ਨਾਲ ਕੀਤੀ, ਉਹ ਸੰਭਾਲ ਹਰ ਬੰਦੇ ਦੀ ਆਪਣੀ ਆਪਣੀ ਹੈ, ਉਹਦੇ ਤੇ ਤੁਸੀਂ ਨਹੀਂ ਕਿਸੇ ਨੂੰ ਮੁਤਮਨ ਕਰ ਸਕਦੇ, ਕਿਉਂ ਜਗ੍ਹਾ ਬਿਲਕੁਲ। ਉਹ ਹਰ ਬੰਦੇ ਦੀ ਆਪਣੀ ਆਪਣੀ ਸੰਭਾਲ। ਤੇ ਮੈਂ ਇੱਕ ਗੱਲ ਕਰਨਾ ਚਾਹਾਂਗਾ, ਯਾਨੀ ਕਿ ਕਹਿਣ ਦਾ ਮਕਸਦ ਇਹ ਹੈਗਾ ਸੀ ਕਿ ਮੈਂ ਵੀ ਉਸਤਾਦ ਲਈ ਕਰਨਾ ਵਾ ਪਹਿਲੇ ਮੈਂ, ਕਿ ਉਸਤਾਦ ਜੀ ਕਹਿਣ ਦਾ ਮਤਲਬ ਇਹ ਹੈਗਾ ਸੀ ਕਿ ਦੇਖੋ ਕਬੂਤਰ ਅਕਸਰ ਹਰ ਕਿਸੇ ਨੂੰ ਨਹੀਂ ਪਤਾ, ਜਿਹੜੇ ਸਾਡੇ ਵਰਗੇ ਨਵੇਂ ਬੰਦੇ ਨੇ ਨਾ ਉਹਨਾਂ ਦੇ ਕਬੂਤਰ ਆ ਕੇ ਖਰਾਬ ਹੋ ਜਾਂਦੇ ਨੇ। ਤੇ ਉਹ ਐਸੇ ਲਈ ਸਾਡਾ ਕਹਿਣ ਦਾ ਮਕਸਦ ਇਹ ਹੀ ਹੁੰਦਾ ਹੈ ਕਿ ਉੜ ਕੇ ਆਇਆ ਕਬੂਤਰ। ਕੁਝ ਲੋਕ ਪਾਣੀ ਜ਼ਿਆਦਾ ਦੇ ਦਿੰਦੇ ਨੇ, ਕੁਝ ਕਹਿੰਦੇ ਜੀ ਇਹਨੂੰ ਇੱਕੋ ਵਾਰੀ ਪਿਆ ਦਿਓ ਬਸ ਠੀਕ ਹੈ, ਇਹਨੇ ਖਿੱਚ ਲੈਣਾ, ਜਿੰਜ ਵੀ ਹੋਣਾ। ਕਬੂਤਰ ਦਾ ਪਾਣੀ ਪੂਰਾ ਨਹੀਂ ਹੁੰਦਾ, 100 ਮਸਲੇ ਮਸਾਲੇ ਹੋ ਜਾਂਦੇ, ਕਬੂਤਰ ਨੂੰ ਤਾਰ ਲੱਗ ਗਿਆ ਜਾਂ ਕਬੂਤਰ ਪੋਰਟ ਰੋਕ ਜਾਂਦਾ ਹੈ। ਕਹਿਣ ਦਾ ਮਕਸਦ ਇਹ ਸੀ ਕਿ ਇਹ ਜ਼ਰਾ ਤੁਸੀਂ ਦੱਸ ਦਿਓ ਕਿ ਕਿਸੇ ਦਾ ਫਾਇਦਾ ਹੋਈ ਜਾਂਦਾ। ਉਹਨਾਂ ਨੂੰ ਮੇਰਾ ਨੰਬਰ ਦੇ ਦਿਓ, ਜਿਹਨੂੰ ਤਾਰ ਲੱਗ ਜਾ ਮੇਰੇ ਨਾਲ ਗੁਫ਼ਤਗੂ ਕਰ ਲੈਣਾ। ਬਸ ਠੀਕ ਹੋ ਗਿਆ। ਨਾਲੇ ਭਾਈ ਯਾਰ ਕੀ ਸੀਜ਼ਨ ਦਾ ਤਾਲ ਪਾਸੇ ਗੱਲ ਹੀ ਨਹੀਂ ਦੇਗੀ। ਅਸੀਂ ਤਾਂ ਲੇਫ ਲੈ ਕੇ ਸੌਂਦੇ ਰਹੇ, ਅਲਕੀ ਦਾ ਕਬੂਤਰ ਭਾਈ ਜੀਬੋ ਗਰੀਬ ਹੋ ਗਈ। ਲੋ ਜੀ ਦੇਖੋ ਬੜੀ ਜ਼ਬਰਦਸਤ ਉਸਤਾਦ ਨੇ ਗੱਲ ਕੀਤੀ, ਕਹਿੰਦੀ ਐਕਚੁਅਲੀ ਅਸੀਂ ਆਪ ਖੇਸ ਲੈ ਕੇ ਸੌਂਦੇ ਰਹੇ ਆ ਤੇ ਤਾਰ ਕਿੱਥੋਂ ਲੱਗਣਾ ਸੀ। ਲੇਕਿਨ ਉਸਤਾਦ ਜੀ ਫਿਰ ਵੀ ਕਈ ਲੋਕਾਂ ਦੇ ਕਬੂਤਰਾਂ ਨੂੰ ਪਤਾ ਨਹੀਂ ਕੀ ਚੱਕਰ ਹੈ ਕਿ ਇਹ ਮਸਲੇ 'ਚ ਆ ਗਏ ਸੀ, ਸ਼ਾਇਦ ਹੀਟ ਅਪ ਹੋ ਗਏ ਨੇ ਕਬੂਤਰ, ਕੀ ਹੋ ਗਿਆ ਇਹ ਅੱਲਾ ਬਿਹਤਰ ਜਾਣਦਾ ਹੈ। ਇਹ ਵੀ ਅੱਲਾਹ ਤਾਲਾ ਦੀ ਜ਼ਾਤ ਜਾਣਦੀ ਹੈ, ਮਾਲਕ ਜਾਣਦਾ ਉਹਦੇ ਵਿਚਾਰੇ ਕਬੂਤਰਾਂ ਦਾ ਕੀ ਬਣੀ। ਕੀ ਕਰਦੀ ਹੈ ਜਨਾਬ ਉਹ ਕਬੂਤਰ ਤਾਜ ਹੀ ਆ ਗਿਆ ਸਨ, ਉਹਨਾਂ ਨੂੰ ਮੈਡੀਸਨ ਜ਼ਿਆਦਾ ਦਿੱਤੀ ਜੀ, ਸੰਭਾਲੇ ਨਹੀਂ ਗਏ। ਉਹ ਇਸ ਲਈ ਮਸਲਾ ਇਹ ਹੋਇਆ ਹੈ, ਆ ਇਹਨੂੰ ਪਾਣੀ ਦੇਵੋ, ਠੰਡਾ ਪਾਣੀ ਦੇਵੋ, ਉਹਨਾਂ ਨੂੰ ਜਿਹੜਾ ਨਾ ਤੁਸੀਂ ਮਹਿਮਾਨ ਨਵਾਜ਼ੀ ਕਰੋ, ਜਿਵੇਂ ਜਗੇ ਠੋਕਰ ਨੇ ਕੀਤੀ ਗੱਲ, ਤੇ ਉਹ ਇਨਸ਼ਾਅੱਲਾ ਸੈੱਟ ਹੋ ਜਾਣਗੇ। ਲੋ ਜੀ ਬੜੇ ਪਿਆਰ ਨਾਲ ਤੇ ਤਰੀਕੇ ਨਾਲ ਗੱਲ ਸਮਝਾਤੀ। ਲੋ ਜੀ ਸਾਡਾ ਵੀ ਦਿਲ ਨਹੀਂ ਕਰਦਾ ਪਿਆ ਜਾਣ ਨੂੰ, ਤੇ ਇੱਕ ਗੱਲ ਹੋਰ ਮੈਂ ਕਿਹਾ ਸੋਚੀਏ ਉਸਤਾਦ ਜੀ ਕੋਲੋਂ ਪੁੱਛ ਲਈਏ। ਉਸਤਾਦ ਜੀ ਜਿਹੜੀ ਪੰਜਾਬ ਲੈਵਲ 'ਚ ਕਬੂਤਰ ਉੜੇ ਨੇ, ਤੇ ਤੁਸੀਂ ਕਿਹਨੂੰ ਦੇਖਦੇ ਕਿ ਜਿੰਦੇ ਬਹੁਤ ਅੱਛੇ ਕਬੂਤਰ ਉੜੇ ਹੋਣ? ਕਬੂਤਰ ਵੀ ਮਾਸ਼ਾਅੱਲਾ ਸਾਡੇ ਲਾਹੌਰ ਕੇ ਵੀ ਅੱਛੇ ਹੁੰਦੇ ਨੇ, ਜਿਵੇਂ ਅਲਹਮਦੁਲਿल्लाह ਕੀ ਮੁੰਡਾ ਸਾਡਾ ਛੋਟਾ ਵੀਰ ਹੈ, ਕਜ਼ਨ ਵੀ ਹੈ, ਸ਼ਾਮੀ ਕੋਕਰ ਲਾਹੌਰ ਚੈਂਪੀਅਨ ਹੋਇਆ, ਮਾਸ਼ਾਅੱਲਾ ਮੁਬਾਰਕ ਹੋਵੇ, ਬਹੁਤ ਅੱਛਾ ਉੱਡਿਆ। ਪੰਜਾਬ ਲੈਵਲ ਤੇ ਅੱਛੇ ਸ਼ੌਕੀਨ ਹੈਗੇ ਨੇ, ਅੱਛਾ ਉੱਡੇ ਨੇ। ਆਸ਼ਿਕ ਸੈਨ ਉਸਤਾਦ ਜਿਹੜੇ ਨੇ ਸਿਆਲਕੋਟ ਵਾਲੇ, ਉਹ ਵੀ ਅੱਛਾ ਉੱਡੇ ਨੇ। ਪਿਪਲਾ ਤੋਂ ਅਕਮਲ ਖਾਨ ਸਾਹਿਬ ਉਹਦੇ ਬੇਟੇ ਜਿਹੜੇ ਨੇ, ਉਹ ਵੀ ਫਰੂਕ ਆਜ਼ਮ ਸਾਹਿਬ, ਉਹ ਵੀ ਅੱਛੇ ਉਸਤਾਦ ਨੇ, ਅੱਛਾ ਉੱਡੇ ਨੇ। ਜਿਹੜੇ ਅੱਛੇ ਸ਼ੌਕੀਨ ਨੇ ਉਹਨਾਂ ਹਰ ਥਾਂ ਤੇ ਅੱਛਾ ਰਿਜ਼ਲਟ ਵੀ ਦਿੱਤਾ ਹੈ, ਆਪਣੇ ਆਪਣੇ ਇਲਾਕਾ ਵਾਈਜ਼। ਤੇ ਹਰ ਪਲੇਅਰ ਨੂੰ ਸਾਡੇ ਨੂੰ ਮੁਬਾਰਕ ਹੋਵੇ ਜਿਹੜੇ ਜਿੱਤੇ ਨੇ। ਲੋ ਜੀ ਉਸਤਾਦ ਜੀ ਗੇਮ ਹੋਈ ਹੈ, ਹਾਂਜੀ, ਤੇ ਅੱਲਾਹ ਤਾਲਾ ਸਭ ਨੂੰ ਇੱਜ਼ਤ ਦੇ, ਅੱਲਾਹ ਤਾਲਾ ਸਭ ਨੂੰ ਸਿਹਤ ਤੰਦਰੁਸਤੀ ਦੇ। ਲੋ ਜੀ ਦੇਖੋ ਜੀ ਉਸਤਾਦ ਜੀ ਉਹਨਾਂ ਨੇ ਜਿੰਨਾ ਛੱਤਾਂ ਦਾ ਨਾਂ ਲਿਆ ਮਾਸ਼ਾਅੱਲਾ ਬਹੁਤ ਅੱਛਾ ਹੈ ਕਿ ਉਹਨਾਂ ਦੇ ਰਿਜ਼ਲਟ ਆਏ ਨੇ। ਸਾਡੇ ਜਿੰਨੇ ਵੀ ਭਾਈ ਦੇਖਣ ਵਾਲੇ ਨੇ ਉਹਨਾਂ ਵੱਲੋਂ ਤੇ ਸਾਡੇ ਵੱਲੋਂ ਜੀ ਸਭ ਨੂੰ ਮੁਬਾਰਕ ਹੈ ਜਿਨ੍ਹਾਂ ਦਾ ਉਸਤਾਦ ਜੀ ਨੇ ਨਾਂ ਲਿਆ ਹੈ। ਤੇ ਹੁਣ ਲੈਣੇ ਇਜਾਜ਼ਤ, ਤੇ ਹੁਣ ਅਸੀਂ ਦੁਬਾਰਾ ਨਹੀਂ ਅਸੀਂ ਕਹਾਂਗੇ, ਫਿਰ ਅਸੀਂ ਕਹਿੰਦੇ ਹਾਂ ਇਜਾਜ਼ਤ ਲੈਣੇ ਆ, ਤੇ ਸਾਨੂੰ ਜਾਣ ਦਾ ਦਿਲ ਤਾਂ ਨਹੀਂ ਕਰਦਾ, ਲੇਕਿਨ ਹੁਣ ਜਾਣਾ ਕਿਉਂਕਿ ਅੱਗੇ ਵੀ ਛਾਤੇ ਜਾਣਾ ਹੈ, ਤੇ ਹੁਣ ਲੈਣੇ ਇਜਾਜ਼ਤ, ਤੇ ਅੱਲਾ ਹਾਫਿਜ਼।